ਸਤਿ ਸ਼੍ਰੀ ਅਕਾਲ, ਸਵਾਗਤ ਹੈ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਤੁਹਾਡੇ ਨਾਲ ਭੁੱਲਰਜੀਤ ਸਿੰਘ ਤੇ ਬੁਲਟਨ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਾਕਿਸਤਾਨ ਤੋਂ ਵਾਪਸ ਪਰਤੇ ਸਿੱਖ ਸ਼ਰਧਾਲੂਆਂ ਜੱਥੇ ਦੀ। ਜੀ ਹਾਂ, ਪਾਕਿਸਤਾਨ ਤੋਂ ਜਿਹੜਾ ਸ਼ਰਧਾਲੂ ਜੱਥਾ ਉਹ ਵਾਪਸ ਵਤਨ ਪਰਤ ਆਇਆ, ਪਰ ਕੋਰੋਨੇ ਦੇ ਸਾਏ ਹੇਠ ਵਾਪਸੀ ਹੋਈ ਹੈ ਕਿਉਂਕਿ ਪਾਕਿਸਤਾਨ ਤੋਂ ਪਰਤੇ ਇਸ ਜੱਥੇ ਦੇ ਵਿੱਚ 25 ਸ਼ਰਧਾਲੂ ਕੋਰੋਨਾ ਪॉजिटिव ਪਾਏ ਗਏ ਨੇ। ਅੱਜ ਹੀ ਪਾਕਿਸਤਾਨ ਤੋਂ ਇਹ ਸ਼ਰਧਾਲੂ ਵਾਪਸ ਅਟਾਰੀ ਵਾਗਾ ਸਰਹੱਦ ਦੇ ਰਾਹੀਂ ਇਹਨਾਂ ਦੀ ਵਾਪਸੀ ਹੋਈ ਹੈ। ਜਦੋਂ ਇਹਨਾਂ ਟੈਸਟ ਕੀਤਾ ਗਿਆ ਤਾਂ ਉਹਨਾਂ ਉਸ ਜੱਥੇ ਦੇ ਵਿੱਚ ਜਿਹੜੇ ਵਾਪਸ ਆਏ ਨੇ ਮੈਂਬਰ, ਉਹਨਾਂ ਦੇ ਵਿੱਚ 25 ਮੈਂਬਰ ਜਿਹੜੇ ਨੇ ਉਹ ਪॉजिटिव ਪਾਏ ਗਏ ਨੇ। ਕਾਬਿਲ ਗੌਰ ਹੈ ਕਿ ਵਿਸਾਖੀ ਮਨਾਉਣ ਦੇ ਲਈ 800 ਸ਼ਰਧਾਲੂਆਂ ਜੱਥਾ ਜਿਹੜਾ ਉਹ ਪਾਕਿਸਤਾਨ ਗਿਆ ਸੀ ਔਰ ਅੱਜ ਉਹਨਾਂ ਦੀ ਵਤਨ ਵਾਪਸੀ ਹੋਈ ਹੈ ਹੁਣ ਤੋਂ ਚੰਦ ਮਿੰਟ ਪਹਿਲਾਂ ਹੀ। ਪਰ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਇਸ ਜੱਥੇ ਦੇ ਵਿੱਚ ਜਿਹੜੇ ਪਾਕਿਸਤਾਨ ਤੋਂ ਵਾਪਸ ਵਤਨ ਵਰਤੇ ਇਸ ਦੇ ਵਿੱਚ 25 ਜਿਹੜੇ ਸ਼ਰਧਾਲੂ ਨੇ ਉਹ ਪॉजिटिव ਪਾਏ ਗਏ ਨੇ। ਹੋਰ ਇਸ ਮਾਮਲੇ ਤੇ ਵਧੇਰੇ ਜਾਣਕਾਰੀ ਲੈਣੇ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜ ਰਹੇ ਨੇ ਅਟਾਰੀ ਬਾਰਡਰ ਤੋਂ। ਰਾਜੀਵ, ਤਾਂ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਜਿਹੜਾ ਸ਼ਰਧਾਲੂਆਂ ਜੱਥਾ ਵਾਪਸ ਆਇਆ ਉਸ ਦੇ ਵਿੱਚ 25 ਸ਼ਰਧਾਲੂ ਪॉजिटिव ਪਾਏ ਗਏ ਨੇ। ਇਸ ਮਾਮਲੇ ਨੂੰ ਲੈ ਕੇ ਵਿਸਥਾਰ ਦੇ ਨਾਲ ਅਪਡੇਟ ਚਾਹੁੰਦੇ ਹਾਂ। जी हाँ बिल्कुल भुल्लरजीत, मैं दसना चाहना कि 818 कुल ਜਿਹੜੇ ਸ਼ਰਧਾਲੂ ਨੇ ਉਹ ਇਸ ਜੱਥੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜੇ ਵੱਖ-ਵੱਖ ਥਾਵਾਂ ਤੇ ਧਾਰਮਿਕ ਸਥਾਨ ਨੇ ਉਹਨਾਂ ਦੇ ਦਰਸ਼ਨਾਂ ਦੇ ਲਈ ਗਏ ਸੀ, ਜਦਕਿ 2 ਲੋਕ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਜਿਹੜੀ ਮੌਤ ਹੋਣ ਕਰਕੇ 2 ਲੋਕ ਪਹਿਲਾਂ ਵਾਪਸ ਆ ਚੁੱਕੇ ਸੀ ਔਰ 816 ਜਿਹੜੇ ਸਿੱਖ ਸ਼ਰਧਾਲੂ ਨੇ ਜਿਹੜੇ ਇਸ ਜੱਥੇ ਦੇ ਵਿੱਚ ਸ਼ਾਮਿਲ ਸੀ ਉਹ ਅੱਜ ਵਾਪਸ ਪਹੁੰਚੇ ਨੇ। ਔਰ ਕਸਟਮ ਇਮੀਗ੍ਰੇਸ਼ਨ ਜਿੱਥੇ ਇਹਨਾਂ ਦਾ ਕੀਤਾ ਜਾਂਦਾ ਉੱਥੇ ਹੀ ਇਸ ਵਾਰ, ਕਿਉਂਕਿ ਕੋਵਿਡ ਦੀਆਂ ਜਿਹੜੀਆਂ ਨਵੀਆਂ ਗਾਈਡਲਾਈਨਸ ਨੇ, ਜਦੋਂ ਇਸ ਜੱਥੇ ਨੂੰ ਰਵਾਨਾ ਕੀਤਾ ਗਿਆ ਸੀ ਤਾਂ ਉਸ ਵੇਲੇ ਵੀ ਕੋਵਿਡ ਦੇ ਜਿਹੜੇ ਟੈਸਟ ਨੇ ਉਹ ਲਾਜ਼ਮੀ ਕੀਤੇ ਗਏ ਸੀ ਔਰ ਅੱਜ ਵੀ ਹੈਲਥ ਵਿਭਾਗ ਦੀ ਜਿਹੜੀ ਟੀਮ ਹੈ ਉਹ ਇੱਥੇ ਮੌਜੂਦ ਹੈ ਔਰ ਹਰ ਕਿਸੇ ਦਾ ਜਿਹੜਾ ਰੈਪਿਡ ਟੈਸਟ ਕੀਤਾ ਜਾ ਰਿਹਾ ਔਰ ਹੁਣ ਤੱਕ 25 ਤੋਂ 30 ਦੇ ਕਰੀਬ ਜਿਹੜੇ ਸ਼ਰਧਾਲੂ ਨੇ ਉਹ ਕੋਵਿਡ ਪॉजिटिव ਪਾਏ ਗਏ ਨੇ। ਹਾਲਾਂਕਿ ਬਾਕੀ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਬਾਹਰ ਭੇਜਿਆ ਜਾ ਰਿਹਾ, ਉਹ ਆਪਣੀਆਂ ਜਿਹੜੀਆਂ SGPC ਵੱਲੋਂ ਇੱਥੇ ਗੱਡੀਆਂ ਲਗਾਈਆਂ ਗਈਆਂ ਜਾਂ ਖੁਦ ਆਪਣੇ ਤੌਰ ਤੇ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਜਾਂ ਰਿਸ਼ਤੇਦਾਰ ਇਹਨਾਂ ਨੂੰ ਲੈਣ ਦੇ ਲਈ ਇੱਥੇ ਪਹੁੰਚ ਰਹੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸ਼ਰਧਾਲੂਆਂ ਦੇ ਜਿਹੜਾ ਬਾਹਰ ਆਉਣ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਤਾਂ ਜਿਹੜੀ ਕਸਟਮ ਔਰ ਇਮੀਗ੍ਰੇਸ਼ਨ ਦੇ ਨਾਲ ਜਿਸ ਤਰੀਕੇ ਨਾਲ ਮੈਂ ਦੱਸਿਆ ਕਿ ਕੋਵਿਡ ਟੈਸਟ ਵੀ ਕੀਤਾ ਜਾ ਰਿਹਾ, ਰੈਪਿਡ ਟੈਸਟ ਜਿਹੜਾ ਉਹ ਕੀਤਾ ਜਾ ਰਿਹਾ, ਉਸ ਤੋਂ ਬਾਅਦ ਜਿਹੜੀ ਰਿਪੋਰਟ ਜਦੋਂ ਆਉਂਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਭੇਜਿਆ ਜਾ ਰਿਹਾ। ਤਾਂ ਜਿਨ੍ਹਾਂ ਦੀ ਰਿਪੋਰਟ ਪॉजिटिव ਆ ਰਹੀ ਹੈ ਉਹਨਾਂ ਨੂੰ ਫਿਲਹਾਲ ਜੋ ਹੈ ਸਿਹਤ ਵਿਭਾਗ ਵੱਲੋਂ ਆਪਣੀ ਨਿਗਰਾਨੀ ਹੇਠ ਹੀ ਰੱਖਿਆ ਗਿਆ। ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕੀ ਸਲਾਹ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਹੋਮ ਕੁਆਰੰਟਾਈਨ ਕੀਤਾ ਜਾਏਗਾ, ਇਹ ਸਿਹਤ ਵਿਭਾਗ ਵੱਲੋਂ ਥੋੜੀ ਦੇਰ ਬਾਅਦ ਸਪਸ਼ਟ ਕੀਤਾ ਜਾਏਗਾ। ਪਰ ਫਿਲਹਾਲ ਇਹੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੇ ਸ਼ਰਧਾਲੂ ਪਾਕਿਸਤਾਨ ਤੋਂ ਵਾਪਸ ਪਰਤੇ ਨੇ ਉਹਨਾਂ ਦੀ ਜਿਹੜੀ ਕੋਵਿਡ ਟੈਸਟ ਹੈ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਉਹਨਾਂ ਨੂੰ ਬਾਹਰ ਭੇਜਿਆ ਜਾ ਰਿਹਾ। ਤਾਂ ਇਸ ਦੇ ਨਾਲ ਮੈਂ ਇਹ ਵੀ ਜਾਣਕਾਰੀ ਦੇਣੀ ਚਾਹੁੰਦਾ ਕਿ ਪਾਕਿਸਤਾਨ ਸਰਕਾਰ ਵੱਲੋਂ ਭਾਰਤ ਵਾਲੇ ਪਾਸਿਓਂ ਜਿੰਨੇ ਵੀ ਲੋਕ ਨੇ ਜਿਨ੍ਹਾਂ ਨੇ ਪਾਕਿਸਤਾਨ ਜਾਣਾ ਸੀ ਤਾਂ ਉਹਨਾਂ ਦੇ ਉੱਪਰ 2 ਹਫ਼ਤਿਆਂ ਦੇ ਲਈ ਰੋਕ ਲਗਾ ਦਿੱਤੀ ਗਈ ਹੈ, ਕਿਉਂਕਿ ਕੱਲ ਵੀ 172 ਦੇ ਕਰੀਬ ਜਿਹੜੇ ਨੇ ਉਹ ਪਾਕਿਸਤਾਨੀ ਨਾਗਰਿਕ ਜਾਂ ਉਹਨਾਂ ਦੇ ਵਿੱਚ ਕੁਝ ਭਾਰਤੀ ਵੀ ਸ਼ਾਮਲ ਨੇ, ਉਹਨਾਂ ਨੇ ਪਾਕਿਸਤਾਨ ਜਾਣਾ ਸੀ। ਪਰ ਫਿਲਹਾਲ ਉਹਨਾਂ ਨੂੰ ਵੀ ਜਿਹੜੀ ਪਰਮਿਸ਼ਨ ਹੈ ਪਾਕਿਸਤਾਨ ਸਰਕਾਰ ਵੱਲੋਂ ਨਹੀਂ ਦਿੱਤੀ ਗਈ। ਤਾਂ ਸਿੱਖ ਸ਼ਰਧਾਲੂਆਂ ਦਾ ਜਿਹੜਾ ਜੱਥਾ 12 ਤਰੀਕ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਸੀ, ਅਟਾਰੀ ਵਾਗਾ ਸਰਹੱਦ ਰਾਹੀਂ ਇਹ ਪਾਕਿਸਤਾਨ ਪਹੁੰਚੇ ਸੀ। ਉੱਥੇ ਜਿਹੜਾ ਭਾਵੇਂ ਨਨਕਾਣਾ ਸਾਹਿਬ, ਡੇਰਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਤਾਂ ਬਹੁਤ ਸਾਰੇ ਧਾਰਮਿਕ ਸਥਾਨ ਨੇ ਜਿਨ੍ਹਾਂ ਦੇ ਦਰਸ਼ਨ ਕਰਨ ਤੋਂ ਬਾਅਦ ਅੱਜ ਇਹ ਜੱਥਾ ਭਾਰਤ ਪਹੁੰਚਿਆ। ਔਰ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇਮੀਗ੍ਰੇਸ਼ਨ ਔਰ ਕਸਟਮ ਦੇ ਨਾਲ ਕੋਵਿਡ ਟੈਸਟ ਜਿਹੜਾ ਉਹ ਵੀ ਲਾਜ਼ਮੀ ਕੀਤਾ ਗਿਆ। ਹਾਲਾਂਕਿ ਜਿੰਨੇ ਵੀ ਸ਼ਰਧਾਲੂ ਤੁਸੀਂ ਦੇਖ ਰਹੇ ਹੋ ਕਿ ਬਕਾਇਦਾ ਉਹਨਾਂ ਵੱਲੋਂ ਆਪਣੇ ਚਿਹਰੇ ਦੇ ਉੱਪਰ ਮਾਸਕ ਜਿਹੜੇ ਨੇ ਉਹ ਲਗਾਏ ਗਏ ਨੇ। ਤਾਂ ਕੋਵਿਡ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਨੂੰ ਫੋਲੋ ਕਰਦਿਆਂ ਹੋਇਆਂ ਇਹ ਲਾਜ਼ਮੀ ਹੈ ਕਿ ਹਰ ਕਿਸੇ ਦਾ ਟੈਸਟ ਜਿਹੜਾ ਉਹ ਕੀਤਾ ਜਾਣਾ। ਤਾਂ ਹੁਣ ਤੱਕ ਕਿਉਂਕਿ 816 ਕੁੱਲ ਸ਼ਰਧਾਲੂ ਨੇ ਤਾਂ ਟੈਸਟਿੰਗ ਦੇ ਵਿੱਚ ਵੀ ਜਿਹੜਾ ਸਮਾਂ ਉਹ ਲੱਗ ਰਿਹਾ, ਪਰ ਫਿਲਹਾਲ ਜਿਹੜੀ ਜਾਣਕਾਰੀ ਮਿਲੀ ਹੈ ਕਿ 25 ਤੋਂ 30 ਜਿਹੜੇ ਸ਼ਰਧਾਲੂ ਨੇ ਉਹ ਹੁਣ ਤੱਕ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਪॉजिटिव ਆਈ ਹੈ ਔਰ ਉਹਨਾਂ ਨੂੰ ਹੁਣ ਕੀ ਸਲਾਹ ਜਿਹੜੀ ਸਿਹਤ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ ਉਸ ਦਾ ਇੰਤਜ਼ਾਰ ਕੀਤਾ ਜਾ ਰਿਹਾ। ਤਾਂ ਜਿਹੜੇ ਬਾਕੀ ਸ਼ਰਧਾਲੂ ਨੇ ਉਹਨਾਂ ਨੂੰ ਜ਼ਿਕਰ ਕਰ ਰਹੇ ਹੋ ਕਿ ਜਿਹੜੇ 25 ਸ਼ਰਧਾਲੂ ਪॉजिटिव ਆਏ ਨੇ ਹੁਣ ਤੱਕ ਕਿੰਨੇ, ਕਿਉਂਕਿ 800 ਤੋਂ ਵੱਧ ਜਿਹੜੇ ਸ਼ਰਧਾਲੂ ਸੀ ਉਹ ਪਾਕਿਸਤਾਨ ਤੋਂ ਵਾਪਸ ਪਰਤੇ ਨੇ, ਇਹਨਾਂ ਦੇ ਵਿੱਚੋਂ ਕਿੰਨੇ ਕੁ ਸ਼ਰਧਾਲੂਆਂ ਦੇ ਟੈਸਟ ਹੁਣ ਤੱਕ ਹੋ ਚੁੱਕਿਆ, ਕਿ ਕੋਈ ਡਾਟਾ ਮਿਲਿਆ ਜਿਸ ਦੇ ਵਿੱਚੋਂ 25 ਜਿਹੜੇ ਨੇ ਉਹ ਪॉजिटिव ਆਏ ਨੇ? जी हाँ, 816 ਕੁੱਲ ਸ਼ਰਧਾਲੂ ਨੇ ਔਰ ਜਿਸ ਤਰ੍ਹਾਂ ਜੋ ਬਾਹਰ ਜਿਹੜੇ ਸ਼ਰਧਾਲੂ ਇਸ ਵੇਲੇ ਪਹੁੰਚ ਚੁੱਕੇ ਨੇ, ਕਰੀਬ 200 ਤੋਂ ਵੀ ਵੱਧ ਜਿਹੜੇ ਸ਼ਰਧਾਲੂ ਨੇ ਉਹ ਬਾਹਰ ਆ ਚੁੱਕੇ ਨੇ। ਕਿਉਂਕਿ ਜਦੋਂ ਕੋਈ ਵੀ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਦੇ ਵਿੱਚ ਦਾਖਲ ਹੁੰਦਾ ਤਾਂ ਸਭ ਤੋਂ ਪਹਿਲਾਂ ਕਸਟਮ ਇਮੀਗ੍ਰੇਸ਼ਨ ਜਿਹੜੀ ਹੈ ਕਲੀਅਰੈਂਸ ਉਹ ਕੀਤੀ ਜਾਂਦੀ ਹੈ। ਔਰ ਇਸ ਦੇ ਨਾਲ ਹੀ ਜਿਸ ਤਰ੍ਹਾਂ ਕਿਉਂਕਿ ਸਰਕਾਰੀ ਗਾਈਡਲਾਈਨਸ ਨੇ ਕਿ ਜੇਕਰ ਕਿਸੇ ਨੇ ਵੀ ਕਿਸੇ ਦੂਸਰੇ ਮੁਲਕ ਦੇ ਵਿੱਚ ਜਾਣਾ ਜਾਂ ਦੂਸਰੇ ਮੁਲਕ ਤੋਂ ਭਾਰਤ ਵਾਪਸ ਪਰਤਣਾ ਤਾਂ ਉਸ ਦਾ ਜਿਹੜਾ ਕੋਵਿਡ ਟੈਸਟ ਹੈ ਉਹ ਜ਼ਰੂਰ ਕੀਤਾ ਜਾਂਦਾ, ਕਿਉਂਕਿ ਜਦੋਂ ਕੋਈ ਕਿਸੇ ਹੋਰ ਮੁਲਕ ਤੋਂ ਆਉਂਦਾ ਤਾਂ ਉਸ ਦੇ ਲਈ ਇਹ ਲਾਜ਼ਮੀ ਕੀਤਾ ਗਿਆ। ਔਰ ਜਿੰਨੇ ਵੀ ਸ਼ਰਧਾਲੂ, ਜਦੋਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਦੋਂ ਇਹਨਾਂ ਨੂੰ ਵੀਜ਼ੇ ਦਿੱਤੇ ਗਏ ਸੀ, SGPC ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ
ਕਿ ਵੈਕਸੀਨੇਸ਼ਨ ਅਤੇ ਜਿਹੜੀ ਕੋਵਿਡ ਦੀ ਰਿਪੋਰਟ ਹੈ ਉਹਨਾਂ ਦੇ ਕੋਲ ਹੋਣੀ ਲਾਜ਼ਮੀ ਹੈ। ਹਾਲਾਂਕਿ ਉਸ ਵੇਲੇ ਵੀ ਜਿਨ੍ਹਾਂ ਸ਼ਰਧਾਲੂਆਂ ਦੀ ਰਿਪੋਰਟ ਪੋਜ਼ਿਟਿਵ ਆਈ ਸੀ ਉਹ ਜੱਥੇ ਦੇ ਨਾਲ ਪਾਕਿਸਤਾਨ ਨਹੀਂ ਜਾ ਸਕੇ। ਤਾਂ ਹੁਣ ਜਦੋਂ ਇਹ ਵਾਪਸ ਪਹੁੰਚੇ ਨੇ ਤਾਂ ਭਾਰਤ ਦੇ ਵਿੱਚ ਦਾਖਲ ਹੁੰਦਿਆਂ ਹੀ ਇਹਨਾਂ ਦੇ ਕੋਵਿਡ ਜਿਹੜੇ ਟੈਸਟ ਨੇ ਉਹ ਕੀਤੇ ਜਾ ਰਹੇ ਨੇ। ਹਾਲਾਂਕਿ ਰੈਪਿਡ ਟੈਸਟ ਜਿਸ ਦੀ ਰਿਪੋਰਟ ਕੁਝ ਦੇਰ ਬਾਅਦ ਹੀ ਜਿਹੜੀ ਹੈ ਉਹ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ। ਤਾਂ ਰੈਪਿਡ ਟੈਸਟ ਦੇ ਵਿੱਚ ਸਾਰਿਆਂ ਦੀ ਜਿਹੜੀ ਜਿੰਨੇ ਵੀ ਹੁਣ ਤੱਕ ਜਾਣਕਾਰੀ ਮਿਲ ਰਹੀ ਹੈ ਕਿ 25 ਤੋਂ 30 ਜਿਹੜੇ ਸ਼ਰਧਾਲੂ ਪੋਜ਼ਿਟਿਵ ਬਿਲਕੁਲ ਰਾਜੀਵ ਦਾ 25 ਜਿਹੜੇ ਸ਼ਰਧਾਲੂ ਨੇ ਪੋਜ਼ਿਟਿਵ ਪਾਏ ਗਏ ਨੇ। ਕਰੀਬ 200 ਸ਼ਰਧਾਲੂਆਂ ਜਿਹੜਾ ਟੈਸਟ ਹੋ ਚੁੱਕਿਆ ਰੈਪਿਡ। ਫਿਲਹਾਲ ਦੇ ਲਈ ਰਾਜੀਵ ਬਹੁਤ ਧੰਨਵਾਦ, ਪਰ ਲਗਾਤਾਰ ਤੁਸੀਂ ਬਣੇ ਰਹੋ ਕਿਉਂਕਿ ਜਿਸ ਤਰੀਕੇ ਦੇ ਨਾਲ 200 ਦੇ ਵਿੱਚੋਂ 25 ਸ਼ਰਧਾਲੂ ਪੋਜ਼ਿਟਿਵ ਆਏ ਨੇ, ਜਦ ਪੂਰੇ ਜੱਥੇ ਦਾ ਟੈਸਟ ਹੋ ਜਾਏਗਾ ਤਾਂ ਸ਼ਾਇਦ ਇਹ ਆંકੜਾ ਹੋਰ ਵੀ ਵੱਧ ਸਕਦਾ। ਪਰ ਲਗਾਤਾਰ ਅਟਾਰੀ ਬਾਰਡਰ ਦੇ ਉੱਪਰ ਜਿਹੜੇ ਟੈਸਟ ਨੇ ਉਹ ਕੀਤੇ ਜਾ ਰਹੇ ਨੇ। ਸਿਹਤ ਵਿਭਾਗ ਦੀ ਟੀਮ ਵੀ ਉੱਥੇ ਮੌਜੂਦ ਔਰ ਜਿਹੜੇ ਪੋਜ਼ਿਟਿਵ ਆਏ ਨੇ ਸ਼ਰਧਾਲੂ ਉਹਨਾਂ ਨੂੰ ਸਿਹਤ ਜਿਹੜੀ ਵਿਭਾਗ ਦੀ ਟੀਮ ਆ ਉਹਨਾਂ ਦੀ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਹੈ। ਤਾਂ ਗੱਲ ਕਰਦੇ ਅਗਲੀ ਖਬਰ ਦੀ। ਕੋਰੋਨਾ ਕਰਕੇ ਡੀਐਸਜੀਐਮਸੀ ਚੋਣਾਂ ਮੁਲਤਵੀ ਕਰ ਦਿੱਤੇ ਗਏ ਨੇ। ਜੀ ਹਾਂ, ਇਸ ਵੇਲੇ ਦੀ ਦੂਸਰੀ ਵੱਡੀ ਖਬਰ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੇ ਹੁਣ ਉਹ ਅਗਲੇ ਹੁਕਮ ਤੱਕ ਟਾਲ ਦਿੱਤੀਆਂ ਗਈਆਂ ਨੇ, ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਤੁਹਾਨੂੰ ਦੱਸ ਦਈਏ ਕਿ ਜਿਹੜੇ ਡੀਐਸਜੀਐਮ ਚੋਣਾਂ ਮੁਲਤਵੀ ਕਰਨ ਦਾ ਪ੍ਰਸਤਾਵ ਹੈ ਉਹ ਮਨਜ਼ੂਰ ਹੋ ਚੁੱਕਿਆ। ਉਪ ਰਾਜਪਾਲ ਨੇ ਵੀ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਹੁਣ ਇਹ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਦਿੱਲੀ ਸਰਕਾਰ ਨੇ ਇਹ ਪ੍ਰਸਤਾਵ ਪਾਸ ਕਰਕੇ ਭੇਜਿਆ ਸੀਗਾ ਔਰ ਉਸ ਨੂੰ ਹੁਣ ਉਪ ਰਾਜਪਾਲ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਕਾਬਿਲੇ ਗੌਰ ਹੈ ਕਿ 25 ਅਪ੍ਰੈਲ ਨੂੰ ਇਹ ਡੀਐਸਜੀਐਮਸੀ ਦੀਆਂ ਜਿਹੜੀਆਂ ਚੋਣਾਂ ਸੀਗੀਆਂ ਉਹ ਹੋਣੀਆਂ ਸੀ। 26 ਅਪ੍ਰੈਲ ਸਵੇਰੇ 5 ਵਜੇ ਤੱਕ ਦਿੱਲੀ ਵਿੱਚ ਲੋਕਡਾਊਨ ਚੱਲ ਰਿਹਾ ਔਰ ਜਿਸ ਤਰੀਕੇ ਦੇ ਨਾਲ ਨਵੇਂ ਸਟ੍ਰੇਨ ਦੇ ਚੱਲਦੇ ਕੋਰੋਨਾ ਦੇ ਕੇਸਿਸ ਵੱਧ ਰਹੇ ਨੇ ਉਸ ਸਭ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਦਿੱਲੀ ਸਰਕਾਰ ਦੇ ਵੱਲੋਂ ਪ੍ਰਸਤਾਵ ਭੇਜਿਆ ਗਿਆ ਸੀ, ਜਿਸ ਨੂੰ ਕਿ ਉਪ ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ ਹੈ। ਤਾਂ ਹੁਣ ਜਿਹੜੀ 25 ਅਪ੍ਰੈਲ ਨੂੰ ਚੋਣਾਂ ਹੋਣੀਆਂ ਸੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ, ਉਹ ਹੁਣ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਇਸ ਵੇਲੇ ਦੀ ਵੱਡੀ ਖਬਰ ਦੱਸ ਰਿਹਾ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੂੰ ਹਲੇ ਟਾਲ ਦਿੱਤਾ ਗਿਆ ਹੈ। ਕਾਬਿਲੇ ਗੌਰ ਹੈ ਕਿ 25 ਅਪ੍ਰੈਲ ਨੂੰ ਇਹ ਚੋਣਾਂ ਹੋਣੀਆਂ ਸੀ ਕਿਉਂਕਿ 26 ਅਪ੍ਰੈਲ ਸਵੇਰੇ 5 ਵਜੇ ਤੱਕ ਦਿੱਲੀ ਦੇ ਵਿੱਚ ਪਹਿਲਾਂ ਹੀ ਲੋਕਡਾਊਨ ਲੱਗਿਆ। ਜਿਸ ਤਰੀਕੇ ਨਾਲ ਹਾਲਾਤ ਬਣੇ ਹੋਏ ਨੇ ਔਰ ਉੱਥੇ ਕੋਰੋਨਾ ਦੇ ਕੇਸਿਸ ਵੱਧ ਰਹੇ ਨੇ, ਹਸਪਤਾਲਾਂ ਦੇ ਵਿੱਚ ਬੈੱਡਾਂ ਦੀ ਘਾਟ ਆ ਰਹੀ, ਆਕਸੀਜਨ ਦੀ ਘਾਟ ਚੱਲ ਰਹੀ ਹੈ। ਤਾਂ ਅਜਿਹੇ ਦੇ ਵਿੱਚ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਪ੍ਰਸਤਾਵ ਭੇਜਿਆ ਸੀ ਉਪ ਰਾਜਪਾਲ ਦੇ ਕੋਲ, ਜਿਸ ਨੂੰ ਉਪ ਰਾਜਪਾਲ ਨੇ ਸਾਰਾ ਕੁਝ ਦੇਖਦੇ ਹੋਏ ਉਸ ਨੂੰ ਮਨਜ਼ੂਰੀ ਦੇ ਦਿੱਤੀ ਔਰ ਹੁਣ ਅਗਲੇ ਹੁਕਮਾਂ ਤੱਕ ਜਿਹੜੇ ਡੀਐਸਜੀਐਮਸੀ ਦੀਆਂ ਚੋਣਾਂ ਨੇ ਉਹ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਤਾਂ ਵੱਡੀ ਖਬਰ ਹੈ ਇਸ ਵੇਲੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੂੰ ਅਗਲੇ ਹੁਕਮਾਂ ਤੱਕ ਟਾਲ ਦਿੱਤਾ ਗਿਆ ਕਿਉਂਕਿ ਕੋਰੋਨਾ ਦੇ ਇਸ ਤਰੀਕੇ ਦੇ ਨਾਲ ਕੇਸ ਵੱਧ ਰਹੇ ਨੇ, ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਪ ਰਾਜਪਾਲ ਦੇ ਕੋਲ ਜਿਹੜਾ ਦਿੱਲੀ ਸਰਕਾਰ ਦੇ ਵੱਲੋਂ ਪ੍ਰਸਤਾਵ ਭੇਜਿਆ ਗਿਆ ਸੀ ਉਸ ਨੂੰ ਉਪ ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਅਗਲੇ ਹੁਕਮਾਂ ਤੱਕ ਇਸ ਚੋਣ ਪ੍ਰਕਿਰਿਆ ਦੇ ਉੱਪਰ ਰੋਕ ਲੱਗ ਗਈ ਹੈ। ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀਆਂ ਚੋਣਾਂ 25 ਅਪ੍ਰੈਲ ਨੂੰ ਹੋਣੀਆਂ ਸੀ ਉਹ ਹੁਣ ਅਗਲੇ ਹੁਕਮਾਂ ਤੱਕ ਟਾਲ ਦਿੱਤੀਆਂ ਗਈਆਂ ਨੇ ਔਰ ਤੁਹਾਨੂੰ ਦੱਸ ਦਈਏ ਕਿ 26 ਅਪ੍ਰੈਲ ਸਵੇਰੇ 5 ਵਜੇ ਤੱਕ ਦਿੱਲੀ ਦੇ ਵਿੱਚ ਲੋਕਡਾਊਨ ਦੇ ਹੁਕਮ ਦਿੱਤੇ ਹੋਏ ਨੇ, ਜਿਸ ਨੂੰ ਚੱਲਦੇ ਹੋਏ ਫੈਸਲਾ ਲਿਆ ਗਿਆ ਹੈ। ਤਾਂ ਇਸ ਮਾਮਲੇ ਤੇ ਗੱਲਬਾਤ ਕਰਦੇ ਸਾਡੇ ਸਹਿਯੋਗੀ रवि मिश्रा जुड़ रहे हैं फोन लाइन से। रवि, जिवें कि दिल्ली दे विच जैसे कि दिल्ली में हालात हैं उसको ध्यान रखते हुए अब ये प्रस्ताव भेजा गया था उपराज्यपाल के पास और उसको भी मंजूरी मिल गई और क्या अपडेट है इस मामले में? जी बिल्कुल, देखिए दिल्ली सिख गुरुद्वारा मैनेजमेंट कमेटी के जो चुनाव होने वाले थे आगामी 25 तारीख को वो रद्द कर दिए गए हैं और अगले आदेश अनुसार चुनाव की तारीखों की घोषणा की जाएगी। बता दूं आपको, लगातार दिल्ली में कोरोना के बढ़ते मामले संक्रमण को देखते हुए ये डिसीजन लिया गया। कुछ दिन पहले जो अरविंद केजरीवाल हैं दिल्ली के मुख्यमंत्री, उन्होंने ये प्रपोजल दिया और अनिल बैजल ने आज उस पर मोहर लगाई है। बता दूं कि तमाम जो दिल्ली सिख गुरुद्वारा मैनेजमेंट के चुनाव के प्रत्याशी हैं वो चुनाव के लिए पूरी तरीके से तैयार हो चुके हैं और प्रचार प्रसार में भी जुटे हुए हैं। ऐसे में चुनाव की तारीखों पर रोक लगा देना और आगामी चुनाव की तारीख अभी डिसाइड नहीं हुई है, निर्णय नहीं हो पाया है। फिलहाल अगले आदेश के अनुसार चुनाव को अभी रद्द कर दिया गया है और उसमें अभी विलंब है। जी बिल्कुल रवि, तो फिलहाल के लिए बहुत धन्यवाद। तो अगले हुक्मां तक टाल दिते गए ने दिल्ली सिख गुरुद्वारा मैनेजमेंट कमेटी के ਜਿਹੜੀ ਇਲੈਕਸ਼ਨ ਹੋਣੀ ਸੀ, ਚੋਣਾਂ ਹੋਣੀ ਸੀ। ਕਾਬਿਲੇ ਗੌਰ ਹੈ ਕਿ 2 ਦਿਨ ਬਾਅਦ ਜਾਣੀ ਕਿ 25 ਅਪ੍ਰੈਲ ਨੂੰ ਇਹ ਚੋਣਾਂ ਹੋਣੀਆਂ ਸੀ ਕਿਉਂਕਿ 26 ਅਪ੍ਰੈਲ ਤੱਕ ਸਵੇਰੇ 5 ਵਜੇ ਤੱਕ ਦਿੱਲੀ ਦੇ ਵਿੱਚ ਲੋਕਡਾਊਨ ਲਗਾਇਆ ਹੋਇਆ, ਜਿਸ ਦੀ ਵਜ੍ਹਾ ਕੋਰੋਨਾ ਦੇ ਕੇਸਿਸ ਬਹੁਤ ਜ਼ਿਆਦਾ ਵਧੇ ਹੋਏ ਨੇ ਦਿੱਲੀ ਦੇ ਵਿੱਚ ਔਰ ਜਿਸ ਤਰੀਕੇ ਦੇ ਨਾਲ ਹਸਪੀਟਲਾਂ ਦੇ ਵਿੱਚ ਵੀ ਕੋਵਿਡ ਪੇਸ਼ੈਂਟ ਦੀ ਭਰਮਾਰ ਹੈ। ਇਸ ਸਭ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਦਿੱਲੀ ਸਰਕਾਰ ਦੇ ਵੱਲੋਂ ਪ੍ਰਸਤਾਵ ਉਪ ਰਾਜਪਾਲ ਕੋਲ ਭੇਜਿਆ ਗਿਆ ਸੀ ਔਰ ਜਿਸ ਨੂੰ ਉਪ ਰਾਜਪਾਲ ਨੇ ਅੱਜ ਮਨਜ਼ੂਰੀ ਦੇ ਦਿੱਤੀ ਹੈ। ਹੁਣ ਅਗਲੇ ਹੁਕਮਾਂ ਤੱਕ ਜਿਹੜੇ ਇਹ ਇਲੈਕਸ਼ਨ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਉਸ ਨੂੰ ਟਾਲ ਦਿੱਤਾ ਗਿਆ ਹੈ ਕੋਰੋਨਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ।
ਤਾਂ ਗੱਲ ਕਰਦੇ ਅਗਲੀ ਖਬਰ ਦੀ। ਕੋਰੋਨਾ ਵੈਕਸੀਨ ਦੇ ਤੀਜੇ ਫੇਜ਼ ਲਈ ਰਜਿਸਟ੍ਰੇਸ਼ਨ 24 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜੀ ਹਾਂ, 1 ਮਈ ਤੋਂ ਜਿਹੜੀ ਵੈਕਸੀਨ ਲੱਗਣੀ ਆ 18 ਔਰ 18 ਸਾਲ ਤੋਂ ਉੱਪਰ ਵਾਲੇ ਉਮਰ ਜਿਹੜੀ ਵੈਕਸੀਨ ਲੱਗਣੀ ਆ ਉਸ ਦੇ ਲਈ ਰਜਿਸਟ੍ਰੇਸ਼ਨ ਲਾਜ਼ਮੀ ਹੈ, ਜਿਹੜੀ ਕਿ 24 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਵੈਕਸੀਨ ਲਗਵਾਉਣ ਦੇ ਲਈ ਇਹ ਰਜਿਸਟ੍ਰੇਸ਼ਨ ਕਰਨੀ ਬਹੁਤ ਜ਼ਰੂਰੀ ਹੈ। ਤਾਂ ਕੋਰੋਨਾ ਵੈਕਸੀਨ ਦੇ ਤੀਜੇ ਫੇਜ਼ ਦੇ ਲਈ ਜਿਹੜੀ ਰਜਿਸਟ੍ਰੇਸ਼ਨ ਆ ਉਹ 24 ਅਪ੍ਰੈਲ ਤੋਂ ਸ਼ੁਰੂ ਹੋਵੇਗੀ। 24 ਅਪ੍ਰੈਲ ਤੋਂ ਤੁਸੀਂ ਰਜਿਸਟ੍ਰੇਸ਼ਨ ਕਰਾ ਸਕਦੇ ਹੋ। ਜਿਨ੍ਹਾਂ ਦੀ ਉਮਰ 18 ਜਾਂ 18 ਸਾਲ ਤੋਂ ਪਲੱਸ ਹੈ ਉਹਨਾਂ ਨੂੰ 24 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਕਰਾਉਣੀ ਲਾਜ਼ਮੀ ਹੋਵੇ, ਕਿਉਂਕਿ 1 ਮਈ ਤੋਂ ਉਹਨਾਂ ਦੇ ਤੀਜੇ ਫੇਜ਼ ਦੇ ਜ਼ਰੀਏ ਜਿਹੜੀ ਵੈਕਸੀਨ ਲੱਗਣੀ ਹੈ ਉਹ ਸ਼ੁਰੂ ਹੋ ਜਾਵੇਗੀ। ਪਰ ਉਸ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਾਉਣੀ ਬੇहद ਲਾਜ਼ਮੀ ਹੈ, ਜਿਹੜੀ ਕਿ 24 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਤਾਂ ਵਿਅਕਤੀ ਜਿਨ੍ਹਾਂ ਦੀ ਉਮਰ 18 ਜਾਂ 18 ਸਾਲ ਤੋਂ ਵੱਧ ਹੈ ਉਹਨਾਂ ਨੂੰ 1 ਮਈ ਤੋਂ ਕੋਰੋਨਾ ਵੈਕਸੀਨ ਦੀ ਡੋਜ਼ ਮਿਲੇਗੀ ਔਰ ਉਹਨਾਂ ਦੇ ਲਈ ਰਜਿਸਟ੍ਰੇਸ਼ਨ ਬੇहद ਲਾਜ਼ਮੀ ਹੈ, ਜੋ ਕਿ ਉਹ 24 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ।